ਸਾਹਿਤ ਚੈਨਲ ਤੇ ਸਾਰਿਆਂ ਦਾ ਸਵਾਗਤ ਹੈ। ਅੱਜ ਦੀ ਵੀਡੀਓ ਮੰਗੋ ਕਹਾਣੀ ਬਾਰੇ ਹੈ ਜੋ ਕਿ ਸੰਤੋਖ ਸਿੰਘ ਧੀਰ ਨੇ ਲਿਖੀ ਹੈ। ਮੰਗੋ ਕਹਾਣੀ ਦਾ ਸਾਰ ਅੱਜ ਦੀ ਵੀਡੀਓ ਵਿੱਚ ਕਰਾਂਗੇ। ਹੁਕਮੇ ਮਾਂਗਟ ਦੀ ਲਵੇਰੀ ਦੁੱਧੋਂ ਜਦ ਭੱਜਣ ਲੱਗੀ ਤਾਂ ਉਹ ਇੱਕ ਗਾਂ ਹੋਰ ਲੈ ਆਂਦੀ। ਇਹ ਜੋ ਸ਼ਾਮ ਸਵੇਰੇ ਸੂਣ ਵਾਲੀ ਸੀ। ਘਰ ਦੇ ਦੁੱਧ ਬਿਨਾਂ ਕਿਰਤੀ ਕਿਸਾਨ ਦਾ ਪਲ ਪੂਰਾ ਨਹੀਂ ਹੁੰਦਾ। ਪਹਿਲੀ ਗਾਂ ਮੰਗੋ ਘਰ ਦੀ ਆਪੇ ਪਾਲੀ ਵੱਛੀ ਸੀ। ਮੰਗਲਵਾਰ ਨੂੰ ਜੰਮਣ ਕਰਕੇ ਇਸ ਦਾ ਨਾਮ ਮੰਗੋ ਰੱਖਿਆ ਸੀ। ਨਵੀਂ ਗਾਂ ਸੋਮਵਾਰ ਨੂੰ ਘਰ ਆਈ ਸੀ ਤਾਂ ਇਸ ਦਾ ਨਾਮ ਕੀ ਹੈ, ਸੋਮਾ ਪੈ ਗਿਆ। ਸੋਮਾ ਜਦ ਕਿੱਲੇ 'ਤੇ ਆ ਕੇ ਵੱਜੀ ਤਾਂ ਸਾਰਾ ਪਰਿਵਾਰ ਨਵੀਂ ਗਾਂ ਦੇ ਦੁਆਲੇ ਜੁੜ ਗਿਆ। ਨਿੱਕੇ ਨਿਆਣੇ ਚਾਅ ਨਾਲ ਟੱਪਣ ਲੱਗੇ। ਹੁਕਮੇ ਨੇ ਪਿੱਠ 'ਤੇ ਹੱਥ ਫੇਰਿਆ ਤੇ ਬੁੱਥੀ ਨੂੰ ਪਿਆਰ ਕੀਤਾ। ਹੁਕਮੇ ਦੀ ਘਰਵਾਲੀ ਚਿੰਤੋ ਸ਼ਗਨ ਵਜੋਂ ਬੱਠਲ ਵਿੱਚ ਗੁੜ ਛੋਲੇ ਤੇ ਚਾਂਦੀ ਦਾ ਰੁਪਇਆ ਪਾ ਕੇ ਲਿਆਈ। ਮੂੰਹ ਅੱਗੇ ਧਰ ਕੇ ਸਿਰ ਪਲੋਸਿਆ ਅਤੇ ਪਿੱਠ ਉੱਤੇ ਥਾਪੀ ਦੇਣ ਲੱਗੀ। ਸੋਮਾ ਨੇ ਬੇਰੁਖੀ ਨਾਲ ਬੱਠਲ ਨੂੰ ਸੂੰਘਿਆ ਤੇ ਫਿਰ ਹਰਾਸ਼ੀਆਂ ਅੱਖਾਂ ਨਾਲ ਚੁੱਪ-ਚਾਪ ਘਰ ਵੱਲ ਵੇਖਣ ਲੱਗੀ, ਕਿਉਂਕਿ ਉਹ ਓਪਰਾ ਕਰਦੀ ਸੀ, ਕਿਉਂਕਿ ਨਈ ਇਸ ਘਰ ਵਿੱਚ ਆਈ ਸੀ। ਚਿੰਤੋ ਨੇ ਉਹਦੇ ਝੁਕੇ ਹੋਏ ਢਿੱਡ 'ਤੇ ਤਲੀਆਂ ਫੇਰੀਆਂ, ਭਰੇ ਪਸਲੇ ਥਣ ਟੋਹੇ, ਲੇਵੇ ਉੱਤੇ ਚਿੱਚੜ ਤੋੜਿਆ ਤੇ ਬੱਠਲ 'ਤੇ ਚੜ੍ਹਨ ਲਈ ਬੁੱਲ੍ਹਾਂ ਨਾਲ ਪੁੱਛ-ਪੁੱਛ ਕੀਤੀ। ਸੋਮਾ ਨੇ ਕਹੇ ਕਹਾਏ ਥੋੜ੍ਹਾ ਜਿਹਾ ਬੱਠਲ 'ਤੇ ਮੂੰਹ ਮਾਰ ਲਿਆ, ਫੇਰ ਖਲੋਤੀ ਚੁੱਪ-ਚਾਪ ਤੱਕਣ ਲੱਗ ਪਈ। ਪਾਣੀ ਦੀਆਂ 2 ਧਾਰਾਂ ਉਹਦੀਆਂ ਬੁੱਥੀ ਉੱਤੇ ਵਗ ਤੁਰੀਆਂ, ਯਾਨੀ ਕਿ ਉਸਨੇ ਕੀ ਹੈ, ਹੰਝੂ ਡੇਗ ਦਿੱਤੇ ਸੀ ਜੋ ਉਸਦੇ ਮੂੰਹ 'ਤੇ ਧਾਰਾਂ ਬਣ ਕੇ ਬਹਿ ਰਹੇ ਸੀ। ਤਾਰੇ ਮੀਰੇ ਦੀ ਪੇੜੀ ਦਈਏ ਕਰਕੇ ਚਿੱਤਕੁਰੇ, ਢਾਡੀ ਨੂੰ ਵਾਧੀ ਦੀ ਕਸਰ ਐ ਮੈਂ ਜਾਣਾ। ਹੁਕਮਾ ਬੋਲਿਆ, ਪੇੜੀ ਵੀ ਦੇ ਚਾਹੋ। ਚਿੰਤੋ ਨੇ ਢਿੱਲਾ ਜਿਹਾ ਆਖਿਆ ਤੇ ਫਿਰ ਸਹੀ ਦੁੱਖ ਨੂੰ ਬੁੱਝਦੀ ਹੋਈ, ਹਾਲੇ ਚਿੱਤ ਨਹੀਂ ਧਰਿਆ ਇਹਦਾ। ਗਮ ਕਰਦੀ ਹੈ, ਆਪਣੇ ਵਰਗੀ ਆਤਮਾ ਹੈ। ਉਹਨੇ ਬੱਠਲ ਅੱਗੋਂ ਚੁੱਕ ਕੇ ਪਾਣੀ ਵਿਖਾਇਆ, ਫਿਰ ਤੂੜੀ ਦਾ ਗੁਤਾਵਾ ਕਰਕੇ ਅੱਗੇ ਪਾ ਦਿੱਤਾ। ਛੋਲੇ ਕੁਛ ਵੀ ਨਹੀਂ ਚਰੇ। ਹੁਕਮੇ ਨੇ ਬੱਠਲ ਵੱਲ ਦੇਖਦਿਆਂ ਕਿਹਾ। ਗਾਂ ਦੇਖਣ ਆਈ ਗੁਆਂਢਣ ਬੋਲੀ, ਹਾਲੇ ਓਪਰਾ ਕਰਦੀ ਹੈ, ਨਵਾਂ ਪਸ਼ੂ ਚਰਾ ਨਹੀਂ ਬਹੁਤਾ। ਭਾਗਾਂ ਵਾਲੀ ਹੋਵੇ ਭੈਣੇ, ਦਾਣਾ ਬਥੇਰਾ। ਚਿੰਤੋ ਨੇ ਆਖਿਆ। ਚੰਗਾ ਭੈਣੇ, ਤੈਨੂੰ ਲੈਣਾ ਕਰੇ। ਮਸਕਰੀ ਕਰਦੀ ਹੋਈ ਗੁਆਂਢਣ ਹੈ ਜੋ ਉਸਨੂੰ ਵਧਾਈ ਦੇ ਕੇ ਚਲੀ ਗਈ। ਹੁਕਮਾ ਤਲੀ ਉੱਤੇ ਤਾਰੇ ਮੀਰੇ ਦੀ ਪੇੜੀ ਲਈ ਆਉਂਦਾ ਹੈ। ਅੰਦਰ ਦਾ ਪਾਲਾ ਮੰਨ ਕੇ ਤੇ ਹੌਲੀ ਬੋਲਦਾ ਹੈ, ਰਾਹ ਦੀ ਮਿੱਠੀ ਚੁਆ ਕੇ ਚੁੱਲ੍ਹੇ ਵਿੱਚ ਪਾ। ਚਿੰਤੋ ਬਾਜੀ ਨੂੰ ਨਜ਼ਰ ਪੱਥਰਾਂ ਨੂੰ ਪਾੜ ਜਾਂਦੀ ਹੈ। ਉਹ ਆਖਦਾ ਹੈ ਕਿ ਨਜ਼ਰ ਲੱਗੀ ਹੋਵੇਗੀ ਜੋ ਹੈ ਤੇ ਉਸਨੂੰ ਮਿੱਠੀ ਚੁਆ ਕੇ ਚੁੱਲ੍ਹੇ ਵਿੱਚ ਪਾ ਦੇ। ਮੰਗੋ ਕੋਲ ਖੜੀ ਸਾਰਾ ਕੁਝ ਦੇਖ ਰਹੀ ਸੀ। ਇੰਨਾ ਚਿਰ ਉਹਦੇ ਵੱਲ ਕਿਸੇ ਧਿਆਨ ਨਹੀਂ ਸੀ ਦਿੱਤਾ। ਅੱਜ ਇਹਦੇ ਕੱਖਾਂ ਦੇ ਵੀ ਕਿਸੇ ਨੂੰ ਚਿੰਤਾ ਨਹੀਂ ਸੀ ਅਤੇ ਪ੍ਰਾਹੁਣੀ ਉੱਤੇ ਸਾਰਾ ਟੱਬਰ ਭੱਜਿਆ ਫਿਰਦਾ ਸੀ। ਮੰਗੋ ਨੂੰ ਇਹ ਗੱਲ ਖਾ ਗਈ। ਉਸਨੂੰ ਇਸ ਗੱਲ ਦਾ ਬੁਰਾ ਲੱਗਿਆ। ਇਹ ਘਰ ਦੀ ਮਾਲਕਣ, ਉਹ ਪਰਦੇਸਣ। ਮੰਗੋ ਆਪਣੇ ਆਪ ਨੂੰ ਘਰ ਦੀ ਮਾਲਕਣ ਅਤੇ ਉਸਨੂੰ ਪਰਦੇਸਣ ਕਹਿੰਦੀ ਹੈ। ਉਹ ਆਪਣੀ ਮਨ ਬੁਰਾ ਮਨਾਉਂਦੀ ਹੈ। ਇਹ ਜਿੱਥੇ ਜੰਮੀ ਪਲੀ ਤੇ ਮੁਟਿਆਰ ਹੋ ਕੇ 3 ਸੂਏ ਪਿਆਏ, ਉਹ ਮੁੱਲ ਦੀ ਅਨੋਬੜ ਖਬਰੇ ਕੋਥੇ ਸੂਏ ਦੀ ਖੋਡੀ ਐ। ਕੀ ਪਤਾ ਸੁਣਦੀ ਵੀ ਹੈ, ਤੂੰ ਪੈਂਦੀ ਹੋਵੇ ਤੇ ਮਹੀਨਾ ਛੜਾ ਮਾਰ ਕੇ ਨੱਸ ਜਾਵੇ। ਇਹ ਘਰ ਘਰਾਣੇ ਦੀ ਇੱਕੋ ਟਿਕਾਣੇ ਉੱਤੇ ਖਲੋਈ ਇੱਜ਼ਤ ਵਾਲੀ, ਉਹ ਥਾਂ ਹੋ ਕੇ ਆਈ ਚਗਲ ਤੇ ਗੈਰਜਾਤ। ਉਹਦੇ ਅੰਦਰ ਸਾੜਾ ਜਾਗ ਪਿਆ। ਘਰ ਵਾਲਿਆਂ ਵਿਰੁੱਧ ਉਹਦੇ ਮਨ ਵਿੱਚ ਗਿਲੇ ਉੱਠਣ ਲੱਗ ਪਏ। ਕੀ ਹੋਇਆ ਜੇ ਹੁਣ ਮੇਰੇ ਹੇਠ ਦੁੱਧ ਨਹੀਂ ਰਿਹਾ? 9 ਮਹੀਨੇ ਤਾਂ ਹੋ ਗਏ ਥਣ ਚੂੰਡਦਿਆਂ ਨੂੰ, ਅੱਗੇ ਨੂੰ ਫੇਰ ਆਸ ਹੈ। ਮੰਗੋ ਆਪਣੇ ਆਪ ਨੂੰ ਆਖਦੀ ਹੈ ਕਿ ਕੀ ਹੋਇਆ ਜੇ ਮੇਰੇ ਥੱਲੇ ਦੁੱਧ ਸੁੱਕ ਗਿਆ? ਅੱਗੇ ਦੀ ਆਸ ਹੈ। ਉਹ ਬੁਰਾ ਮਨਾਉਂਦੀ ਹੈ ਕਿ ਉਸ ਵੱਲ ਉਹ ਧਿਆਨ ਨਹੀਂ ਦੇ ਰਹੇ ਘਰ ਵਾਲੇ। ਹੁਣ ਵੀ ਜੇ ਦੁੱਧ ਨਾ ਸੁੱਕੇ ਤਾਂ ਕੀ ਹੋਵੇ? ਲਿਸ ਤਾਂ ਨਚੋੜ ਲੈਂਦੇ ਹੈ। ਮੈਂ ਕਿਹੜਾ ਕਿਸੇ ਹੋਰ ਪਾਸੇ ਨੂੰ ਤੋਰ ਦਿੰਦੀ ਹਾਂ। ਲਹੂ ਹੈ ਪਿੰਡੇ 'ਚ, ਉਹ ਵੀ ਚੋ ਲੈਣ। ਬੱਚਾ ਮੇਰਾ ਤਰਸਦਾ ਰਹਿੰਦਾ ਸੀ, ਉਹਦੇ ਜੋਗਾ ਵੀ ਨਾ ਸੀ ਛੱਡਦੇ।
ਸਾਰੀ ਸਾਰੀ ਰਾਤ ਰੰਬਦਾ ਰਹਿੰਦਾ। ਆਪਣੇ ਬੱਚਿਆਂ ਵਰਗਾ ਤਾਂ ਨਹੀਂ ਜਾਣਿਆ, ਮੇਰੇ ਨੂੰ ਰਵਾਇਆ ਆਪਣੇ ਨੂੰ ਬੁਰਾਇਆ। 2 ਥਣ ਛੱਡਣੇ ਚਾਹੀਦੇ ਸੀ ਵਿਛੜੂ ਨੂੰ, ਸੁੱਕੇ ਕੱਖ ਚੱਬ ਕੇ ਦੋਹਣਾ ਭਰੀ ਰਹੀ ਹਾਂ। ਨਾ ਕਦੇ ਵੰਡ ਨਾ ਵੜੇਵਾ, ਆ ਕਦਰ ਪਾਈ ਮੇਰੀ ਪਲ ਮਾਨਸੀ ਨੂੰ। ਮਾਰ ਹੈ ਚਾਰੇ ਬੰਨੇ, ਪਲ ਮਾਨਸੀ ਨੂੰ ਮਾਰ ਹੈ ਚਾਰੇ ਬੰਨੇ। ਉਹਦੇ ਆਉਂਦੀ ਦੇ ਹੀ ਸ਼ਗਨ ਮਨਾ ਹੁੰਦੇ ਨੇ, ਜਾਣੋ ਮੁਕਲਾਵੇ ਆਈ ਹੈ। ਜੇ ਮੁੱਠੀ ਛੋਲਿਆਂ ਦੀ ਮੇਰੇ ਅੱਗੇ ਵੀ ਧਰ ਦਿੰਦੇ ਤਾਂ ਆਖਰ ਤਾਂ ਨਹੀਂ ਸੀ ਆ ਚੱਲੀ। ਮੈਂ ਕਿਹੜੀ ਐਡੀ ਭੁੱਖੜ ਸੀ ਕਿ ਸਾਰੇ ਖਾ ਜਾਂਦੀ। ਇੱਕ ਮਾਣ ਰੱਖਣ ਦੀ ਗੱਲ ਹੈ। ਮੰਗੋ ਹੈ ਆਪਣੇ ਮਨ ਵਿੱਚ ਹੀ ਘਰ ਵਾਲਿਆਂ ਨੂੰ ਬੁਰਾ ਭਲਾ ਆਖਦੀ ਹੈ ਅਤੇ ਆਪਣੇ ਬਛੜੂ ਨੂੰ ਵੀ ਆਖਦੀ ਹੈ ਕਿ ਵਿਚਾਰਾ ਜੋ ਹੈ ਸੁੱਕੇ ਕੱਖ ਖਾਂਦਾ ਸੀ ਅਤੇ ਉਸਨੂੰ ਕਦੇ ਉਹਨਾਂ ਨੇ ਦੁੱਧ ਨਹੀਂ ਸੀ ਛੱਡਿਆ। ਅਤੇ ਉਹ ਆਖਦੀ ਹੈ ਕਿ ਜੇਕਰ ਮੈਨੂੰ ਵੀ ਤਾਰੇ ਮੇਰੇ ਦੀ ਪੇੜੀ ਦੇ ਦਿੰਦੇ, ਮੇਰੇ ਅੱਗੇ ਵੀ ਛੋਲੇ ਧਰ ਦਿੰਦੇ ਤਾਂ ਮੈਂ ਕਿਹੜੀ ਐਡੀ ਭੁੱਖੜ ਸੀ ਕਿ ਸਾਰੇ ਹੀ ਖਾ ਜਾਂਦੀ। ਉਹ ਆਖਦੀ ਹੈ ਕਿ ਮਾਣ ਰੱਖਣ ਵਾਲੀ ਹੀ ਗੱਲ ਸੀ। ਕੀ ਚੰਦਰੀ ਤਾਰੇ ਮੇਰੇ ਦੀ ਪੇੜੀ, ਦਾੜੀ ਵਾਲੇ ਨੂੰ ਸ਼ਰਮ ਨਾ ਆਈ ਕਹਾਣੀ ਵੰਡ ਕਰਦੇ ਨੂੰ। ਮਾਲਕ ਤਾਂ ਮਾਪੇ ਹੁੰਦੇ, ਮਾਪਿਆਂ ਨੂੰ ਤਾਂ ਸਾਰੇ ਇੱਕੋ ਜਿਹੇ ਹੁੰਦੇ ਆ। ਬੰਦਾ ਕੀ ਜੇ ਸਭ ਨੂੰ ਇੱਕੋ ਅੱਖ ਨਾਲ ਨਾ ਦੇਖੇ। ਅਤੇ ਉਹ ਥਪਲੋ ਜਿਹੀ ਵੱਡੇ ਗੁਮਾਨ ਵਾਲੀ, ਉਹਨੂੰ ਕਦ ਹੰਕਾਰ ਹੋ ਗਿਆ। ਸਾਰਾ ਦਿਨ ਟਿਕਣ ਨਹੀਂ ਸੀ ਦਿੰਦੀ, ਜਦ ਦੇਖਦੀ ਗਲਾਸ ਲੈ ਕੇ ਥਣ ਪੁੱਟਣ ਆ ਬਹਿੰਦੀ ਸੀ। ਸਾਰਾ ਦਿਨ ਚਾਹ ਦਾ ਪਤੀਲਾ ਚੁੱਲ੍ਹੇ 'ਤੇ ਉਬਲਦਾ ਰਹਿੰਦਾ। ਕਿਹਦੇ ਸਿਰ ਉੱਤੇ 4 ਦਿਨ ਮੁੱਲ ਦਾ ਲੈਣਾ ਪੈ ਗਿਆ। ਸਾਰਾ ਟੱਬਰ ਖਿੱਚਦਾ ਫਿਰੇ। ਕਿਹੜਾ ਦੇ ਦੂ ਅਣਘਾਲਿਆ, ਅੱਧੋ ਸੁੱਧੀ ਪਾਣੀ, ਪੈਸੇ ਦੂਣੇ ਲੱਗੇ ਫਿਰ ਮਤਲਬ ਨੂੰ ਨੇੜੇ ਵੱਛੇ ਬੰਨਣ। ਪਿੱਠ 'ਤੇ ਥਾਪੀ ਮਾਰਦੀ ਰਕਾਨ ਕਿਵੇਂ ਆਖਦੀ, ਮੰਗੋ ਚਾਹ ਜੋਗਾ ਤਾਂ ਦੇਈ ਚੱਲ ਭੈਣੇ। ਇਹ ਸਭ ਕੁਝ ਜੋ ਮੰਗੋ ਹੈ ਆਪਣੇ ਮਨ ਵਿੱਚ ਹੀ ਆਖ ਰਹੀ ਹੈ, ਕਿਉਂਕਿ ਉਸਨੂੰ ਜਲਨ ਹੋ ਰਹੀ ਹੈ ਕਿ ਸਾਰੇ ਹੀ ਜੋ ਨਵੀਂ ਗਾਂ ਲਿਆਂਦੀ ਹੈ ਉਹਦੇ ਆਲੇ ਦੁਆਲੇ ਹੋ ਗਏ ਹਨ ਅਤੇ ਮੰਗੋ ਵੱਲ ਕੋਈ ਧਿਆਨ ਹੀ ਨਹੀਂ ਦੇ ਰਿਹਾ। ਮੰਗੋ ਕਹਾਣੀ ਬਾਰੇ ਪੜ੍ਹਿਆ ਅਤੇ ਹੁਣ ਇਸ ਦਾ ਸਾਰ ਬਹੁਤ ਲੰਮੀ ਵੀਡੀਓ ਹੋ ਜਾਣੀ ਹੈ, ਇਸ ਕਰਕੇ ਮੈਂ ਅੱਧਾ ਪੜ੍ਹਿਆ ਹੈ। ਹੁਣ ਪ੍ਰਸ਼ਨਾਂ ਵਿੱਚੋਂ ਹੀ ਸਭ ਕਲੀਅਰ ਹੋ ਜਾਏਗਾ। ਜਿਵੇਂ ਨਵੀਂ ਗਾਂ ਦੇ ਆਉਣ 'ਤੇ ਪਰਿਵਾਰ ਵਾਲਿਆਂ ਨੇ ਕਿਸ ਤਰ੍ਹਾਂ ਖੁਸ਼ੀ ਮਨਾਈ ਸੀ। ਨਵੀਂ ਗਾਂ ਦੇ ਆਉਣ 'ਤੇ ਸਾਰਾ ਪਰਿਵਾਰ ਉਸਦੇ ਆਲੇ ਦੁਆਲੇ ਜੁੜ ਗਿਆ ਸੀ। ਹੁਕਮੇ ਨੇ ਉਸਦੀ ਪਿੱਠ 'ਤੇ ਹੱਥ ਫੇਰਿਆ ਅਤੇ ਬੁੱਥੀ ਨੂੰ ਪਿਆਰ ਕੀਤਾ। ਫਿਰ ਚਿੰਤੋ ਨੇ ਸ਼ਗਨ ਵਜੋਂ ਬੱਠਲ ਵਿੱਚ ਗੁੜ ਛੋਲੇ ਅਤੇ ਚਾਂਦੀ ਦਾ 1 ਰੁਪਇਆ ਪਾ ਕੇ ਉਸ ਅੱਗੇ ਰੱਖਿਆ। ਫਿਰ ਉਸ ਦਾ ਸਿਰ ਪਲੋਸ ਕੇ ਉਸ ਦੀ ਪਿੱਠ 'ਤੇ ਥਾਪੀ ਦਿੱਤੀ ਅਤੇ ਸੋਮਵਾਰ ਵਾਲੇ ਦਿਨ ਘਰ ਆਈ ਸੀ ਉਹ, ਇਸ ਕਰਕੇ ਉਸ ਦਾ ਨਾਮ ਕੀ ਰੱਖਿਆ ਸੀ, ਸੋਮਾ ਰੱਖਿਆ ਸੀ। ਨਵੀਂ ਗਾਂ ਦੇ ਆਉਣ 'ਤੇ ਪਰਿਵਾਰ ਵਾਲਿਆਂ ਦੇ ਮਨ ਵਿੱਚ ਕਿਹੋ ਜਿਹੇ ਵਹਿਮ ਭਰਮ ਸਨ। ਨਵੀਂ ਗਾਂ ਜਦੋਂ ਘਰ ਆਈ ਆਉਣ ਕਰਕੇ ਉਸਦਾ ਜੀ ਨਹੀਂ ਸੀ ਲਾ ਰਹੀ ਹੋ, ਜਿਸ ਕਰਕੇ ਉਹ ਖਾ ਪੀ ਵੀ ਢੰਗ ਨਾਲ ਨਹੀਂ ਸੀ ਰਹੀ। ਹੁਕਮੇ ਨੂੰ ਇੰਝ ਜਾਪਿਆ ਕਿ ਜਿਵੇਂ ਗਾਂ ਨੂੰ ਨਜ਼ਰ ਲੱਗ ਗਈ ਹੋਵੇ, ਤਾਂ ਇਸ ਵਹਿਮ ਕਰਕੇ ਉਹ ਦੁਖੀ ਸਨ। ਸੋਮਾ ਦੇ ਮਰਨ 'ਤੇ ਮੰਗੋ ਦੀ ਜੋ ਹਾਲਤ ਹੋਈ ਉਸ ਦਾ ਵਰਣਨ ਆਪਣੇ ਸ਼ਬਦਾਂ ਵਿੱਚ ਕਰੋ। ਸੋਮਾ ਦੇ ਮਰਨ ਵਾਲੀ ਜੋ ਸਾਰ ਵਿੱਚ ਹੈ ਉਹ ਆਪਣੇ ਹਾਲੇ ਨਹੀਂ ਪੜ੍ਹਿਆ, ਪ੍ਰਸ਼ਨ ਵਿੱਚ ਹੀ ਦੇਖ ਲੈਂਦੇ ਹਾਂ ਕਿ ਜੋ ਸੋਮਾ ਹੈ ਉਹ ਕਿਸ ਤਰ੍ਹਾਂ ਮਰੀ ਸੀ ਅਤੇ ਉਸ ਪਿੱਛੋਂ ਮੰਗੋ ਦੀ ਕੀ ਹਾਲਤ ਹੋ ਗਈ ਸੀ। ਸੋਮਾ ਦੇ ਮਰਨ ਤੋਂ ਮੰਗੋ ਹੈਰਾਨ ਹੀ ਰਹਿ ਗਈ, ਪਛਤਾਵੇ ਨਾਲ ਭਰ ਗਈ, ਕਿਉਂਕਿ ਜੋ ਸੋਮਾ ਸੀ ਨਵੀਂ ਗਾਂ ਆਈ ਸੀ ਜਿਹੜੀ, ਅਤੇ ਮੰਗੋ ਪੁਰਾਣੀ ਉਹਨਾਂ ਦੀ ਜੋ ਬੱਚੀ ਪਾਲੀ ਸੀ ਉਹ ਗਾਂ ਸੀ, ਅਤੇ ਮੰਗੋ ਨੇ ਸੋਮਾ ਨਾਲ ਵੈਰ ਲਾ ਲਿਆ ਅਤੇ ਇਸ ਕਾਰਨ ਕੀ ਆ ਉਹ ਮਰ ਗਈ ਸੀ। ਅਤੇ ਉਸ ਦੇ ਮਰਨ ਪਿੱਛੋਂ ਮੰਗੋ ਹੈ ਜੋ ਉਹ ਹੈਰਾਨ ਹੋ ਗਈ। ਉਹ ਸੋਚ ਰਹੀ ਸੀ ਕਿ ਉਹ ਮਤਲਬ ਬਹਾਨੇ ਲਾ ਰਹੀ ਹੈ, ਇਸ ਤਰ੍ਹਾਂ ਹੀ ਪਈ ਹੈ ਧਰਤੀ 'ਤੇ, ਪਰ ਉਹ ਮਰ ਗਈ ਸੀ। ਜਦੋਂ ਉਸਨੂੰ ਇਹ ਪਤਾ ਲੱਗਿਆ ਤਾਂ ਉਹ ਹੈਰਾਨ ਹੋ ਗਈ, ਪਛਤਾਵੇ ਨਾਲ ਭਰ ਗਈ ਅਤੇ ਉਸ ਦਾ ਰੰਗ ਪਾਣੀ ਵਰਗਾ ਚਿੱਟਾ ਹੋ ਗਿਆ। ਉਹ ਖੜੀ ਖਲੋਤੀ ਪੱਥਰ ਹੋ ਗਈ। ਉਸ ਦੇ ਸਰੀਰ ਵਿੱਚ ਲੂਣੀ ਜਿਹੀ ਫਿਰ ਗਈ ਸੀ। ਉਸਨੇ ਸੋਮਾ ਦੀ ਮੌਤ ਬਾਰੇ ਕਦੇ ਨਹੀਂ ਸੋਚਿਆ ਸੀ। ਉਹ ਤਾਂ ਇਸ ਤਰ੍ਹਾਂ ਹੀ ਉਸ ਨਾਲ ਖਿੱਝ ਰਹੀ ਸੀ, ਪਰ ਉਸਨੂੰ ਨਹੀਂ ਪਤਾ ਸੀ ਕਿ ਸੋਮਾ ਦੀ ਮੌਤ ਹੋ ਜਾਣੀ ਹੈ। ਜਦੋਂ ਸੋਮਾ ਦੀ ਲਾਸ਼ ਬਾਹਰ ਲੈ ਜਾਣ ਲੱਗੇ ਤਾਂ ਉਹ ਜ਼ੋਰ-ਜ਼ੋਰ ਦੀ ਧਾਹਾਂ ਮਾਰ ਕੇ ਅੜਿੰਗੀ ਕਿ ਛੱਤ ਪਾਟਣ ਲੱਗ ਪਈ। ਉਹ ਸ਼ਾਮ ਵੇਲੇ ਚੋਣੇ ਨਾਲੋਂ ਵੱਖ ਹੋ ਕੇ ਇਕੱਲੀ ਹੀ ਘਰ ਆ ਗਈ। ਉਹ ਬਹੁਤ ਉਦਾਸ ਸੀ। ਘਰ ਆ ਕੇ ਉਹਦੇ ਉਦਾਸ ਵੱਛੇ
ਤੇ ਧੌਣ ਸੁੱਟੇ ਕਰਲਾਉਣ ਲੱਗ ਪਈ ਸੀ। ਜੋ ਸੋਮਾ ਸੀ ਉਸਦਾ ਇੱਕ ਛੋਟਾ ਜਿਹਾ ਬੱਚਾ ਸੀ। ਉਸ ਨਾਲ ਲੱਗ ਕੇ ਜੋ ਮੰਗੋ ਹੈ ਰੋ ਰਹੀ ਸੀ, ਉਸਦੇ ਬੱਚੇ ਤੋਂ ਮਾफ़ੀ ਮੰਗ ਰਹੀ ਸੀ ਤੇ ਉਸ ਸਮੇਂ ਉਸਦੀਆਂ ਅੱਖਾਂ ਵਿੱਚ ਬੇਰੋਕੇ ਅੱਥਰੂ ਵਗ ਰਹੇ ਸਨ। ਉਹ ਪਛਤਾਵਾ ਕਰ ਰਹੀ ਸੀ ਕਿ ਮੈਂ ਕਿਸ ਤਰ੍ਹਾਂ ਸੋਮਾ ਨਾਲ ਵੈਰ ਲਾਇਆ। ਲੇਖਕ ਮੰਗੋ ਕਹਾਣੀ ਬਾਰੇ ਟਿੱਪਣੀ ਵਿੱਚ ਕੀ ਕਿਹਾ? ਜੋ ਲੇਖਕ ਨੇ ਮੰਗੋ ਕਹਾਣੀ ਬਾਰੇ ਟਿੱਪਣੀ ਦਿੰਦੇ ਕਿਹਾ ਕਿ ਪਸ਼ੂਆਂ ਵਿੱਚ ਵੀ ਮਨੁੱਖ ਵਾਂਗ ਭਾਵਨਾਵਾਂ ਹੁੰਦੀਆਂ ਹਨ। ਉਹਨਾਂ ਵਿੱਚ ਹਉਮੈ, ਈਰਖਾ, ਮਾੜਾ, ਕਰੁਣਾ, ਈਰਖਾ, ਸਾੜਾ, ਠੀਕ ਹੈ, ਇਹ ਸਭ ਕੁਝ ਹੁੰਦਾ ਹੈ। ਪਸ਼ੂਆਂ ਵਿੱਚ ਮਨੁੱਖ ਵਰਗੀ ਮਾਨਸਿਕਤਾ ਤਾਂ ਇੰਨਾ ਸੁੰਦਰ ਚਿੱਤਰ ਕਿਸੇ ਹੋਰ ਥਾਂ ਮਿਲਣਾ ਮੁਸ਼ਕਿਲ ਹੈ। ਅਸਲ ਵਿੱਚ ਪਸ਼ੂ ਦਾ ਤਾਂ ਇਹ ਬਹਾਨਾ ਹੈ। ਕੀ ਆਖਦਾ ਹੈ ਲੇਖਕ ਕਿ ਪਸ਼ੂ ਦਾ ਤਾਂ ਬਹਾਨਾ ਹੈ। ਇਹ ਇੱਕ ਘਰ ਵਿੱਚ ਦੋ ਸੌਕਣਾਂ ਦਾ ਚਿੱਤਰ ਹੈ, ਇੱਕ ਪੁਰਾਣੀ ਤੇ ਖਾੜਕੂ, ਦੂਜੀ ਨਵੀਂ ਤੇ ਹਲੀਮ। ਇਹ ਗੱਲ ਤਾਂ ਇਸ ਕਹਾਣੀ ਵਿੱਚ ਪ੍ਰਮਾਣਿਤ ਵਰਣਨ ਹੈ ਕਿ ਈਰਖਾਲੂ ਮਨ ਵਿੱਚ ਵੀ ਕਰੁਣਾ ਹੁੰਦੀ ਹੈ, ਕਿਉਂਕਿ ਜੋ ਮੰਗੋ ਸੀ ਬਹੁਤ ਈਰਖਾ ਕਰਦੀ ਸੀ, ਪਰ ਜਦੋਂ ਸ਼ਾਮੋ ਮਰ ਗਈ ਤਾਂ ਉਸ ਵਿੱਚ ਕਰੁਣਾ ਜਾਗ ਪਈ। ਇਸ ਕਹਾਣੀ ਵਿਚਲੀ ਪੇਂਡੂ ਮੁਹਾਵਰੇਦਾਰ ਬੋਲੀ ਦਾ ਆਪਣਾ ਹੀ ਆਨੰਦ ਹੈ ਕਿ ਈਰਖਾਲੂ ਮਨ ਵਿੱਚ ਵੀ ਕਰੁਣਾ ਹੁੰਦੀ ਹੈ। ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ ਲੇਖਕ ਨੇ। ਸਾਡੇ ਦੇਸ਼ ਦੀ ਕਿਰਸਾਨੀ ਵਿੱਚ ਪਸ਼ੂਆਂ ਦਾ ਕੀ ਮਹੱਤਵ ਹੈ? ਸਾਡੇ ਦੇਸ਼ ਦੀ ਗਰੀਬ ਕਿਰਸਾਨੀ ਵਿੱਚ ਪਸ਼ੂਆਂ ਦਾ ਬਹੁਤ ਹੀ ਮਹੱਤਵ ਸਮਝਿਆ ਜਾਂਦਾ ਹੈ, ਕਿਉਂਕਿ ਇੱਕ ਕਿਸਾਨ ਦਾ ਪਸ਼ੂਆਂ ਤੋਂ ਬਿਨਾਂ ਗੁਜ਼ਾਰਾ ਹੀ ਨਹੀਂ ਹੁੰਦਾ, ਜਿਸ ਕਰਕੇ ਹਰ ਕਿਸਾਨ ਦੇ ਘਰ ਪਸ਼ੂ ਮਿਲ ਜਾਣਗੇ। ਉਹ ਇਹਨਾਂ ਪਸ਼ੂਆਂ ਨੂੰ ਆਪਣੇ ਬੱਚਿਆਂ ਦੀ ਤਰ੍ਹਾਂ ਹੀ ਪਾਲਦੇ ਹਨ, ਉਹਨਾਂ ਦੀ ਰਾਖੀ ਕਰਦੇ ਹਨ, ਦੁੱਧ ਪੀਂਦੇ ਹਨ। ਮੰਗੋ ਕਹਾਣੀ ਵਿੱਚ ਵੀ ਦੋ ਪਸ਼ੂਆਂ ਦਾ ਵਰਣਨ ਕੀਤਾ ਹੈ, ਜਿਸ ਵਿੱਚ ਮੰਗੋ ਅਤੇ ਸੋਮਾ ਦੋ ਗਊਆਂ ਹਨ। ਮੰਗੋ ਕਹਾਣੀ ਦਾ ਸਿਰਲੇਖ ਢੁਕਵਾਂ ਹੈ ਜਾਂ ਨਹੀਂ? ਮੰਗੋ ਕਹਾਣੀ ਸੰਤੋਖ ਸਿੰਘ ਧੀਰ ਦੀ ਲਿਖੀ ਹੋਈ ਇੱਕ ਕਰੁਣਾਮਈ ਕਹਾਣੀ ਹੈ। ਇਸ ਕਹਾਣੀ ਵਿੱਚ ਦੋ ਪਸ਼ੂਆਂ ਬਾਰੇ ਵਰਣਨ ਕੀਤਾ ਗਿਆ ਹੈ, ਜੋ ਕਿ ਸਾਡੇ ਸਮਾਜ ਦੀ ਲਾਲਸਾ ਅਤੇ ਸਵਾਰਥ ਦਾ ਵਰਣਨ ਕਰਦੀ ਹੈ। ਇਸ ਵਿੱਚ ਮੰਗੋ ਤੇ ਦੁੱਧ ਘਟਣ ਉੱਪਰ ਇੱਕ ਨਵੀਂ ਗਾਂ ਖਰੀਦ ਕੇ ਲਿਆਂਦੀ ਜਾਂਦੀ ਹੈ, ਜਿਸ ਕਰਕੇ ਪੁਰਾਣੀ ਗਾਂ ਦੀ ਕਦਰ ਘੱਟ ਜਾਂਦੀ ਹੈ ਤੇ ਕਈ ਦੀ ਸੇਵਾ ਵੱਧ ਗਈ ਜਾਂਦੀ ਹੈ। ਯਾਨੀ ਕਿ ਜੋ ਨਈ ਗਾਂ ਹੈ ਉਸ ਦੀ ਜ਼ਿਆਦਾ ਸੇਵਾ ਹੋ ਜਾਂਦੀ ਹੈ, ਜਿਹੜੀ ਪੁਰਾਣੀ ਹੈ ਉਸ ਦੀ ਕਦਰ ਘੱਟ ਜਾਂਦੀ ਹੈ, ਅਤੇ ਜਿਸ ਤੋਂ ਸਾਨੂੰ ਸਾਡੇ ਮਨੁੱਖੀ ਜੀਵਨ ਦਾ ਸਵਾਰਥ ਨਜ਼ਰ ਆਉਂਦਾ ਹੈ। ਇਸ ਕਰਕੇ ਪੁਰਾਣੀ ਗਾਂ ਈਰਖਾ ਦਾ ਸ਼ਿਕਾਰ ਹੋ ਜਾਂਦੀ ਹੈ। ਇਸ ਕਰਕੇ ਅਸੀਂ ਇਸ ਕਹਾਣੀ ਦਾ ਸਿਰਲੇਖ ਬਹੁਤ ਹੀ ਢੁਕਵਾਂ ਸਮਝਦੇ ਹਾਂ। ਇਹ ਸਾਡੇ ਕਿਰਸਾਨੀ ਸਮਾਜ ਦੇ ਲਾਲਚ ਨੂੰ ਉਜਾਗਰ ਕਰਦੀ ਹੈ। ਅੱਗੇ ਹੈ, ਕੀ ਤੁਸੀਂ ਸਮਝਦੇ ਹੋ ਕਿ ਪਸ਼ੂਆਂ ਦੇ ਮਨ ਵਿੱਚ ਵੀ ਭਾਵਨਾਵਾਂ ਹੁੰਦੀਆਂ ਹਨ? ਪਸ਼ੂਆਂ ਦੇ ਮਨ ਵਿੱਚ ਵੀ ਇੱਕ ਮਨੁੱਖ ਵਾਂਗ ਭਾਵਨਾਵਾਂ ਹੁੰਦੀਆਂ ਹਨ। ਇਸ ਕਹਾਣੀ ਤੋਂ ਸਾਨੂੰ ਪਤਾ ਲੱਗਦਾ ਹੈ, ਪਰੰਤੂ ਮਨੁੱਖ ਦੀ ਤਰ੍ਹਾਂ ਪ੍ਰਗਟ ਤਾਂ ਨਹੀਂ ਕਰ ਸਕਦੇ, ਪਰ ਵਿਖਾ ਤਾਂ ਜ਼ਰੂਰ ਸਕਦੇ ਹਨ। ਕਿ ਪਸ਼ੂ ਹੈ ਜੋ ਬੋਲ ਕੇ ਪ੍ਰਗਟ ਨਹੀਂ ਕਰ ਸਕਦੇ, ਪਰ ਉਹ ਦਿਖਾ ਦਿੰਦੇ ਹਨ ਕਿ ਉਹਨਾਂ ਦੇ ਮਨ ਵਿੱਚ ਹੀ ਭਾਵਨਾਵਾਂ ਹੁੰਦੀਆਂ ਹਨ। ਇਸ ਕਹਾਣੀ ਵਿੱਚ ਸੋਮਾ ਇੱਕ ਖਰੀਦੀ ਹੋਈ ਗਾਂ ਹੈ ਤੇ ਮੰਗੋ ਉਸ ਘਰ ਦੀ ਜੰਪਲ ਸੀ। ਸੋਮਾ ਦੇ ਆਉਣ 'ਤੇ ਮੰਗੋ ਦੀ ਕਦਰ ਘੱਟ ਜਾਂਦੀ ਹੈ, ਇਸ ਕਰਕੇ ਉਸਦੇ ਮਨ ਵਿੱਚ ਈਰਖਾ ਦੀ ਭਾਵਨਾ ਪੈਦਾ ਹੋ ਜਾਂਦੀ ਹੈ। ਸੋਮਾ ਦੀ ਮੌਤ ਉੱਪਰ ਉਸ ਦਾ ਮਨ ਕਰੁਣਾ ਅਤੇ ਪਛਤਾਵੇ ਨਾਲ ਭਰ ਜਾਂਦਾ ਹੈ, ਜਿਸ ਤੋਂ ਪਤਾ ਚੱਲਦਾ ਹੈ ਕਿ ਪਸ਼ੂਆਂ ਵਿੱਚ ਵੀ ਇਨਸਾਨਾਂ ਵਾਂਗ ਭਾਵਨਾਵਾਂ ਹੁੰਦੀਆਂ ਹਨ। ਪੁਰਾਣੇ ਸਮੇਂ ਵਿੱਚ ਬੱਚੀ ਦਾ ਪੈਦਾ ਹੋਣਾ ਅਸ਼ੁੱਭ, ਬੱਚੇ ਦਾ ਸ਼ੁੱਭ ਕਿਉਂ ਸਮਝਿਆ ਜਾਂਦਾ ਸੀ ਤੇ ਅੱਜ ਕੱਲ੍ਹ ਅਜਿਹਾ ਕਿਉਂ ਨਹੀਂ ਹੈ? ਜੱਟਾਂ ਨੂੰ ਆਪਣੀ ਲੋੜ ਬਹੁਤ ਪਿਆਰੀ ਲੱਗਦੀ ਸੀ। ਜੇਕਰ ਗਾਂ ਵੱਛਾ ਪੈਦਾ ਕਰਦੀ ਤਾਂ ਉਹ ਬੱਚਾ ਵੱਡਾ ਹੋ ਕੇ ਬਲਦ ਬਣਦਾ, ਜਿਸ ਨੂੰ ਕਿਸਾਨ ਹਲਾਂ ਅੱਗੇ ਲਗਾ ਕੇ ਆਪਣੀ ਜ਼ਿੰਮੇਦਾਰੀ ਚਲਾ ਸਕਦੇ ਸਨ, ਜਿਸ ਕਰਕੇ ਬੱਚੀ ਨੂੰ ਅਸ਼ੁੱਭ ਸਮਝਿਆ ਜਾਂਦਾ ਸੀ। ਅੱਜ ਕੱਲ੍ਹ ਟਰੈਕਟਰਾਂ ਨਾਲ ਸਾਰੀ ਖੇਤੀ ਹੋਣ ਲੱਗ ਪਈ ਹੈ, ਇਸ ਕਰਕੇ ਜੋ ਬੱਚੀ ਦੇ ਪੈਦਾ ਹੋਣ 'ਤੇ ਪਰਿਵਾਰ ਖੁਸ਼ੀ ਮਨਾਉਂਦਾ ਹੈ, ਬੱਚਿਆਂ ਵਾਂਗ ਪਾਲਦਾ ਵੀ ਹੈ, ਅਤੇ ਇਸ ਤੋਂ ਸਾਡੇ ਸਮਾਜ ਦੀ ਲਾਲਸਾ ਦਾ ਪਤਾ ਚੱਲਦਾ ਹੈ। ਮੰਗੋ ਕਹਾਣੀ ਵਿੱਚ ਲਿਆਏ ਵਿਚਾਰਾਂ ਉੱਤੇ ਟਿੱਪਣੀ ਕਰੋ। ਮੰਗੋ ਕਹਾਣੀ ਸਾਡੇ ਘਰੇਲੂ ਪਸ਼ੂਆਂ ਦੀ ਜਜ਼ਬਾਤੀ ਕਹਾਣੀ ਹੈ ਅਤੇ ਇਸ ਵਿੱਚ ਮੰਗੋ ਘਰ ਦੀ ਪਲੀ ਹੋਈ ਗਾਂ ਹੈ, ਸੋਮਾ ਮੁੱਲ ਦੀ ਲਿਆਂਦੀ ਹੋਈ ਸੋਬਰ ਗਊ ਹੈ। ਦੋਨਾਂ ਦੀ ਸਮੇਂ ਅਨੁਸਾਰ ਅਲੱਗ ਅਲੱਗ ਵਰਤੋਂ ਕੀਤੀ ਜਾਂਦੀ ਹੈ।
ਜਦੋਂ ਮੰਗੋ ਦੁੱਧ ਦੇਣਾ ਬੰਦ ਕਰ ਦਿੰਦੀ ਹੈ ਤਾਂ ਉਸ ਸਮੇਂ ਸੋਮਾ ਨੂੰ ਖਰੀਦ ਲਿਆ ਜਾਂਦਾ ਹੈ। ਉਸ ਦੀ ਘਰ ਵਿੱਚ ਕਦਰ ਵਧੇਰੇ ਪਾਈ ਜਾਂਦੀ ਹੈ, ਜਿਸ ਕਰਕੇ ਮੰਗੋ ਸੋਮਾ ਤੋਂ ਜਲਣ ਲੱਗ ਜਾਂਦੀ ਹੈ। ਇਸ ਕਰਕੇ ਉਹਨਾਂ ਪਸ਼ੂਆਂ ਵਿਚਕਾਰ ਤਕਰਾਰ ਬਣ ਜਾਂਦੀ ਹੈ, ਜਿਸ ਦਾ ਨਤੀਜਾ ਸੋਮਾ ਦੀ ਮੌਤ ਬਣਦੀ ਹੈ। ਇਸ ਵਿੱਚ ਪਸ਼ੂਆਂ ਦਾ ਆਪਸੀ ਵੈਰ ਹੋਣ ਦਾ ਪਤਾ ਚੱਲਦਾ ਹੈ। ਲੇਖਕ ਬਾਰੇ ਲੇਖਕ ਕੌਣ ਹੈ? ਸੰਤੋਖ ਸਿੰਘ ਧੀਰ। ਇਹਨਾਂ ਦਾ ਜੀਵਨ ਕਾਲ 1920 ਤੋਂ 2010 ਤੱਕ ਹੈ। ਕਿੱਤਾ ਸਾਹਿਤਕਾਰੀ। ਪ੍ਰਕਾਸ਼ਨ ਕਹਾਣੀ ਸੰਗ੍ਰਹਿ। ਜੋ ਇਹਨਾਂ ਦੇ ਕਹਾਣੀ ਸੰਗ੍ਰਹਿ ਹਨ: ਸ਼ਰਾਬ ਦਾ ਗਲਾਸ, ਸਾਂਝੀ ਕੰਧ, ਸਵੇਰ ਹੋਣ ਤੱਕ, ਸਿੱਟਿਆਂ ਦੀ ਛਾਂ, ਮੇਰੀ ਸ੍ਰੇਸ਼ਟ ਕਹਾਣੀਆਂ, ਨਾਵਲ ਯਾਦਗਾਰ, ਸ਼ਰਾਬੀ। ਇਹਨਾਂ ਤੋਂ ਇਲਾਵਾ 9 ਕਾਵਿ ਸੰਗ੍ਰਹਿ ਹਨ: ਸਫ਼ਰਨਾਮਾ, ਲੋਕ ਸਾਹਿਤ, ਅਨੁਵਾਦ। ਇਹ ਸਭ ਕੁਝ ਇਹਨਾਂ ਦੀ ਪ੍ਰਕਾਸ਼ਨ ਹਨ। ਅਤੇ ਸਨਮਾਨ ਪੰਜਾਬ ਆਰਟ ਕੌਂਸਲ ਚੰਡੀਗੜ੍ਹ, ਭਾਸ਼ਾ ਵਿਭਾਗ ਪੰਜਾਬ ਵੱਲੋਂ ਮਿਲਿਆ। ਇਹਨਾਂ ਨੂੰ ਕੀ ਹੈ? ਪੰਜਾਬ ਆਰਟ ਕੌਂਸਲ ਵੱਲੋਂ ਮਿਲਿਆ, ਭਾਸ਼ਾ ਵਿਭਾਗ ਵੱਲੋਂ ਵੀ ਸਨਮਾਨ ਮਿਲਿਆ, ਸੋਵੀਅਤ ਦੇਸ਼ ਨਹਿਰ ਇਨਾਮ ਮਿਲਿਆ, ਭਾਈ ਸੋਹਣ ਸਿੰਘ ਵੈਦ ਪੁਰਸਕਾਰ ਵੀ ਮਿਲਿਆ, ਪੰਜਾਬੀ ਸਾਹਿਤ ਟੈਕਟ ਡੁੰਡੀਕੇ, ਪੰਜਾਬੀ ਸਾਹਿਤ ਅਕਾਦਮੀ ਚੰਡੀਗੜ੍ਹ, ਇੰਟਰਨੈਸ਼ਨਲ ਪੰਜਾਬੀ ਲਿਟਰੇਰੀ ਟਰੱਸਟ ਕੈਨੇਡਾ ਤੋਂ ਵੀ ਇਹਨਾਂ ਨੂੰ ਸਨਮਾਨਿਤ ਕੀਤਾ ਗਿਆ। ਅਤੇ ਕਹਾਣੀ ਬਾਰੇ ਇਹਨਾਂ ਨੇ ਕੀ ਲਿਖਿਆ ਹੈ? ਇਹ ਮੇਰੀ ਬਿਹਤਰੀਨ ਕਹਾਣੀਆਂ ਵਿੱਚੋਂ ਇੱਕ ਹੈ। ਜੇ ਕੋਈ ਮੈਨੂੰ ਪੁੱਛੇ ਕਿ ਕੋਈ ਇੱਕ ਸਵਾਰ ਅਤੇ ਮੰਗੋ ਵਿੱਚੋਂ ਮੈਂ ਕਿਸ ਕਹਾਣੀ ਨੂੰ ਵਧੀਆ ਸਮਝਦਾ ਹਾਂ ਤਾਂ ਸੱਚੀ ਹੈ, ਮੇਰੇ ਕੋਲ ਇਸ ਦਾ ਕੋਈ ਵੀ ਉੱਤਰ ਨਹੀਂ। ਇਸ ਸੰਬੰਧੀ ਮੈਂ ਸਦਾ ਦੁਚਿੱਤੀ ਵਿੱਚ ਹਾਂ। ਇਹ ਕਹਾਣੀ ਮੈਂ 1957 ਵਿੱਚ ਲਿਖੀ। ਉਹ ਕਹਿੰਦਾ ਹੈ, ਲੇਖਕ ਕਹਿੰਦਾ ਹੈ ਕਿ ਕੋਈ ਇੱਕ ਸਵਾਰ ਅਤੇ ਮੰਗੋ ਵਿੱਚੋਂ ਜੇਕਰ ਮੈਨੂੰ ਚੁਣਨਾ ਪਵੇ ਤਾਂ ਮੇਰੇ ਕੋਲ ਕੋਈ ਜਵਾਬ ਨਹੀਂ ਹੈ, ਕਿਉਂਕਿ ਦੋਵੇਂ ਹੀ ਕਹਾਣੀਆਂ ਬਿਹਤਰੀਨ ਹਨ। ਇਹ ਸੀ ਬਈ ਸੰਤੋਖ ਸਿੰਘ ਧੀਰ ਦੀ ਮੰਗੋ ਕਹਾਣੀ, ਜੋ ਕਿ HTET PGT ਅਤੇ ਸੁਪਰ ਟੈਟ ਜੋ PGT ਦਾ ਸਕਰੀਨਿੰਗ ਟੈਸਟ ਹੈ ਉਹਦੇ ਵਾਸਤੇ ਵੀ ਇਸ ਸਿਲੇਬਸ ਵਿੱਚ ਹੈ। ਵੀਡੀਓ ਕਿਹੋ ਜਿਹੀ ਲੱਗੀ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਅਤੇ ਇਸ ਨੂੰ ਲਾਈਕ ਅਤੇ ਸ਼ੇਅਰ ਵੀ ਜ਼ਰੂਰ ਕਰਨਾ।